ਜਿਵੇਂ ਦੇ ਕਰਮ ਕਰੋਗੇ ਉਦਾਂ ਦਾ ਹੀ ਫਲ ਮਿਲੇਗਾ। ਇਹ ਕਹਾਵਤ ਅਸੀਂ ਸਾਰਿਆਂ ਨੇ ਹੀ ਆਪਣੀ ਜ਼ਿੰਦਗੀ ਵਿੱਚ ਬਹੁਤ ਵਾਰੀ ਸੁਣੀ ਹੋਵੇਗੀ, ਪਰ ਕੀ ਤੁਸੀਂ ਸੱਚਮੁੱਚ ਦਿਲ ਤੋਂ ਇਹ ਮੰਨਦੇ ਹੋ ਕਿ ਚੰਗੇ ਕਰਮਾਂ ਦਾ ਫਲ ਚੰਗਾ ਹੀ ਹੁੰਦਾ ਹੈ? ਮੈਨੂੰ ਪਤਾ ਹੁਣ ਅੰਦਰੋਂ ਕੋਈ ਸਪਸ਼ਟ ਉੱਤਰ ਨਹੀਂ ਆ ਰਿਹਾ ਹੋਣਾ, ਕਿਉਂਕਿ ਅਸੀਂ ਆਪਣੇ ਆਲੇ ਦੁਆਲੇ ਅਜਿਹੇ ਬਹੁਤ ਲੋਕਾਂ ਨੂੰ ਦੇਖਦੇ ਹਾਂ ਜੋ ਕਿ ਜ਼ਿੰਦਗੀ ਭਰ ਚੰਗੇ ਕਰਮ ਕਰਦੇ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਚੰਗੇ ਫਲ ਨਹੀਂ ਮਿਲ ਪਾਉਂਦੇ। ਇੱਕ ਲੜਕਾ ਪੇਪਰਾਂ 'ਚੋਂ ਪਾਸ ਹੋਣ ਲਈ ਬਹੁਤ ਮਿਹਨਤ ਕਰਦਾ ਹੈ, ਪਰ ਉਹਨਾਂ ਪੇਪਰਾਂ ਦੇ ਨਤੀਜੇ ਵਿੱਚ ਉਸ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ। ਤਾਂ ਫਿਰ ਇਸ ਤੋਂ ਤਾਂ ਹੁਣ ਇਹੀ ਸਾਬਤ ਹੁੰਦਾ ਹੈ ਕਿ ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਕਿਹਾ ਹੈ ਕਿ ਚੰਗੇ ਕਰਮਾਂ ਦਾ ਫਲ ਚੰਗਾ ਹੀ ਹੁੰਦਾ ਹੈ, ਜਾਂ ਤਾਂ ਉਹ ਮਹਾਂਪੁਰਸ਼ ਗਲਤ ਸਨ, ਜਾਂ ਫਿਰ ਅਸੀਂ ਆਪਣੇ ਕਰਮਾਂ ਦਾ ਲੇਖਾ ਜੋਖਾ ਸਮਝ ਹੀ ਨਹੀਂ ਪਾਉਂਦੇ। ਪਰ ਦੋਸਤੋ, ਚਿੰਤਾ ਨਾ ਕਰੋ। ਅੱਜ ਦੀ ਇਹ ਕਹਾਣੀ ਸੁਣਨ ਤੋਂ ਬਾਅਦ ਤੁਹਾਡੀ ਸੋਚ ਇੱਕਦਮ ਸਪਸ਼ਟ ਹੋ ਜਾਵੇਗੀ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਕਿਸੇ ਪਿੰਡ ਵਿੱਚ ਬਿੱਲੂ ਤੇ ਮੋਹਨ ਨਾਮ ਦੇ ਦੋ ਭਰਾ ਰਹਿੰਦੇ ਸਨ। ਪੂਰੇ ਪਿੰਡ ਨੂੰ ਪਤਾ ਸੀ ਕਿ ਇਹ ਦੋਵੇਂ ਕਹਿਣ ਨੂੰ ਹੀ ਭਰਾ ਸਨ, ਪਰ ਭਰਾਵਾਂ ਵਰਗਾ ਉਹਨਾਂ ਵਿੱਚ ਕੁਝ ਵੀ ਨਹੀਂ ਸੀ। ਬਿੱਲੂ ਵੱਡਾ ਸੀ ਤੇ ਮੋਹਨ ਤੋਂ ਉਹ ਬਹੁਤ ਤੇਜ਼ ਤੇ ਚਲਾਕ ਵੀ ਸੀ। ਉਸਨੇ ਮੋਹਨ ਦੇ ਹਿੱਸੇ ਦੀ ਜ਼ਮੀਨ ਵੀ ਖੁਦ ਹੀ ਹੜੱਪ ਲਈ ਸੀ। ਇਸ ਲਈ ਮੋਹਨ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਕਸ਼ਟ ਝੱਲਣੇ ਪੈ ਰਹੇ ਸੀ। ਮੋਹਨ ਦੀ ਪਤਨੀ ਵੀ ਅਕਸਰ ਬਿਮਾਰ ਹੀ ਰਹਿੰਦੀ ਸੀ ਤੇ ਉਸ ਦੇ ਕੋਲ ਉਸ ਦੇ ਇਲਾਜ ਤੱਕ ਦੇ ਪੈਸੇ ਨਹੀਂ ਸਨ। ਪਰ ਮੋਹਨ ਬਹੁਤ ਹੀ ਸ਼ਾਂਤ ਸੁਭਾਅ ਦਾ ਮਾਲਕ ਸੀ। ਉਹ ਕਦੇ ਕਿਸੇ ਦਾ ਬੁਰਾ ਨਹੀਂ ਸੀ ਕਰਦਾ, ਪਰ ਉਸ ਦੇ ਮਨ ਵਿੱਚ ਅਕਸਰ ਇਹ ਸਵਾਲ ਰਹਿੰਦਾ ਸੀ ਕਿ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਕਿਸੇ ਦਾ ਬੁਰਾ ਸੋਚਦਾ ਤੱਕ ਨਹੀਂ, ਤਾਂ ਮੇਰੇ ਨਾਲ ਹੀ ਐਦਾਂ ਕਿਉਂ ਹੁੰਦਾ ਹੈ? ਕਿਉਂ ਮੇਰੀ ਪਤਨੀ ਹਮੇਸ਼ਾ ਹੀ ਬਿਮਾਰ ਰਹਿੰਦੀ ਹੈ? ਕਿਉਂ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਕਿ ਮੈਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਚਲਾ ਸਕਾਂ? ਕਿਉਂ ਮੈਨੂੰ ਮੇਰੇ ਕਰਮਾਂ ਦਾ ਫਲ ਨਹੀਂ ਮਿਲ ਰਿਹਾ? ਤੇ ਇੱਕ ਮੇਰਾ ਭਰਾ ਇੰਨਾ ਲਾਲਚੀ ਹੈ, ਦੁਸ਼ਟ ਹੈ, ਇੰਨਾ ਚਲਾਕ ਹੈ, ਉਹ ਹਮੇਸ਼ਾ ਮਜ਼ੇ 'ਚ ਰਹਿੰਦਾ ਹੈ, ਉਸ ਨੂੰ ਤਾਂ ਕੋਈ ਪਰੇਸ਼ਾਨੀ ਨਹੀਂ। ਉਹ ਸੋਚਣ ਲੱਗਾ ਕਿ ਸ਼ਾਇਦ ਬੁਰੇ ਕਰਮਾਂ ਦਾ ਫਲ ਚੰਗਾ ਮਿਲਦਾ ਹੈ, ਚੰਗੇ ਕਰਮਾਂ ਦਾ ਫਲ ਚੰਗਾ ਨਹੀਂ ਮਿਲਦਾ। ਤੇ ਹੌਲੀ-ਹੌਲੀ ਇਹ ਸ਼ੱਕ ਉਸ ਦੇ ਮਨ ਵਿੱਚ ਘਰ ਕਰ ਗਿਆ। ਉਸੇ ਪਿੰਡ ਤੋਂ ਥੋੜੀ ਦੂਰ ਇੱਕ ਸੰਨਿਆਸੀ ਆਪਣੀ ਕੁਟੀਆ ਬਣਾ ਕੇ ਰਹਿੰਦਾ ਸੀ। ਜਦੋਂ ਵੀ ਉਹ ਸੰਨਿਆਸੀ ਪਿੰਡ ਵਿੱਚ ਭਿੱਖਿਆ ਮੰਗਣ ਆਉਂਦਾ ਤਾਂ ਉਹ ਸਭ ਨੂੰ ਇੱਕੋ ਗੱਲ ਕਹਿੰਦਾ ਸੀ ਕਿ ਜੋ ਤੂੰ ਕੀਤਾ ਉਹ ਤੇਰੇ ਹਿੱਸੇ, ਜੋ ਮੈਂ ਕੀਤਾ ਉਹ ਮੇਰੇ ਹਿੱਸੇ। ਮੋਹਨ ਇਸ ਗੱਲ ਦਾ ਮਤਲਬ ਕਦੇ ਨਹੀਂ ਸਮਝ ਪਾਇਆ। ਇੱਕ ਦਿਨ ਜਦੋਂ ਉਹ ਬਹੁਤ ਡੂੰਘੀ ਚਿੰਤਾ ਵਿੱਚ ਡੁੱਬਿਆ ਹੋਇਆ ਸੀ ਤਾਂ ਉਸ ਦੇ ਕੰਨਾਂ ਵਿੱਚ ਫੇਰ ਇਹੀ ਆਵਾਜ਼ ਪਈ, ਜੋ ਤੂੰ ਕੀਤਾ ਉਹ ਤੇਰੇ ਹਿੱਸੇ, ਜੋ ਮੈਂ ਕੀਤਾ ਉਹ ਮੇਰੇ ਹਿੱਸੇ। ਜਿਵੇਂ ਹੀ ਇਹ ਸ਼ਬਦ ਮੋਹਨ ਦੇ ਕੰਨਾਂ ਵਿੱਚ ਪਏ, ਉਹ ਭੜਕ ਉੱਠਿਆ। ਉਸਨੇ ਗੁੱਸੇ ਵਿੱਚ ਸੰਨਿਆਸੀ ਨੂੰ ਕਿਹਾ, ਮਹਾਤਮਾ ਜੀ, ਤੁਸੀਂ ਹਮੇਸ਼ਾ ਇੱਕ ਹੀ ਗੱਲ ਦੀ ਰੱਟ ਲਗਾਈ ਰੱਖਦੇ ਹੋ ਜਿਹਦਾ ਕੋਈ ਮਤਲਬ ਨਹੀਂ ਹੈ। ਜੇ ਤੁਹਾਡੀ ਇਹ ਗੱਲ ਸੱਚੀ ਹੁੰਦੀ ਤਾਂ ਮੈਨੂੰ ਹੀ ਦੇਖ ਲਓ। ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕਰਮ ਕਰਦਾ ਆਇਆ ਹਾਂ, ਫਿਰ ਮੇਰੇ ਹਿੱਸੇ ਤਾਂ ਚੰਗਾ ਫਲ ਹੀ ਹੋਣਾ ਚਾਹੀਦਾ ਸੀ ਨਾ, ਪਰ ਮੈਨੂੰ ਕੋਈ ਚੰਗਾ ਫਲ ਪ੍ਰਾਪਤ ਨਹੀਂ ਹੋਇਆ। ਮੇਰੀ ਪਤਨੀ ਹਮੇਸ਼ਾ ਬਿਮਾਰ ਰਹਿੰਦੀ ਹੈ, ਭੋਜਨ ਤੱਕ ਲਈ ਪੈਸੇ ਨਹੀਂ ਹੁੰਦੇ ਸਾਡੇ ਕੋਲ। ਉਸ ਸੰਨਿਆਸੀ ਨੇ ਬੜੇ ਹੀ ਪਿਆਰ ਨਾਲ ਕਿਹਾ ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੂੰ ਹਾਲਾਤਾਂ ਤੋਂ ਹਾਰ ਮੰਨ ਚੁੱਕਿਆ ਹੈ। ਔਖੇ ਹਾਲਾਤਾਂ ਨੇ ਤੇਰੀ ਸੋਚ ਉੱਤੇ ਗਹਿਰਾ ਅਸਰ ਪਾ ਦਿੱਤਾ ਹੈ। ਬੁਰੇ ਸਮੇਂ ਨੇ ਤੇਰੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ। ਤੂੰ ਇੱਕ ਕੰਮ ਕਰੀਂ, ਅੱਜ ਸ਼ਾਮ ਨੂੰ ਕੁਝ ਫਲ ਲੈ ਕੇ ਮੇਰੀ ਕੁਟੀਆ 'ਚ ਆਈਂ, ਫਿਰ ਮੈਂ ਤੈਨੂੰ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਇਹ ਕਹਿ ਕੇ ਉਹ ਸੰਨਿਆਸੀ ਅਗਲੇ ਘਰ ਵੱਲ ਹੋ ਤੁਰਿਆ। ਸ਼ਾਮ ਨੂੰ ਮੋਹਨ ਨੇ ਕੁਝ ਫਲ ਖਰੀਦੇ ਤੇ ਪਿੰਡ ਤੋਂ ਦੂਰ ਉਸ ਸੰਨਿਆਸੀ ਦੀ ਕੁਟੀਆ ਵੱਲ ਤੁਰ ਪਿਆ। ਜਿਵੇਂ ਜਿਵੇਂ ਉਹ ਉਸ ਰਾਸਤੇ ਉੱਤੇ ਅੱਗੇ ਵਧ ਰਿਹਾ ਸੀ, ਉਸ ਨੂੰ ਅਨੰਤ ਸ਼ਕਤੀ ਦਾ ਅਨੁਭਵ ਹੋ ਰਿਹਾ ਸੀ
ਕਿਉਂਕਿ ਰਾਸਤਾ ਲੰਬਾ ਸੀ, ਇਸ ਲਈ ਉਸ ਵਿੱਚ ਕੋਈ ਹਲਚਲ ਨਹੀਂ ਸੀ। ਬਸ ਰਾਸਤੇ ਵਿੱਚ ਕੁਝ ਲੰਗੂਰ ਤੇ ਬਾਂਦਰ ਦਿਖਾਈ ਦੇ ਰਹੇ ਸਨ। ਮੋਹਨ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਕੁਝ ਫਲ ਇਨ੍ਹਾਂ ਲੰਗੂਰਾਂ ਤੇ ਬਾਂਦਰਾਂ ਨੂੰ ਖਵਾ ਦੇਵੇ। ਪਰ ਫਿਰ ਉਹ ਸੋਚਦਾ ਹੈ ਕਿ ਜੇ ਮੈਂ ਇਹ ਫਲ ਲੈ ਕੇ ਸੰਨਿਆਸੀ ਕੋਲ ਨਾ ਗਿਆ ਤਾਂ ਮੇਰੇ ਸਵਾਲਾਂ ਦੇ ਜਵਾਬ ਮੈਨੂੰ ਨਹੀਂ ਮਿਲਣਗੇ। ਇਸ ਲਈ ਉਹ ਇਨ੍ਹਾਂ ਫਲਾਂ ਨੂੰ ਬਾਂਦਰਾਂ ਤੋਂ ਬਚਾਉਂਦਾ ਹੋਇਆ ਉਸ ਸੰਨਿਆਸੀ ਦੀ ਕੁਟੀਆ ਵਿੱਚ ਪਹੁੰਚ ਗਿਆ। ਜਿਵੇਂ ਹੀ ਮੋਹਨ ਉਸ ਸੰਨਿਆਸੀ ਦੀ ਕੁਟੀਆ ਵਿੱਚ ਪਹੁੰਚਿਆ ਤਾਂ ਅਚਾਨਕ ਸੰਨਿਆਸੀ ਬੋਲਿਆ ਕਿ ਜੇਕਰ ਮਨ ਵਿੱਚ ਸੀ ਤਾਂ ਇਹ ਫਲ ਖਵਾਏ ਕਿਉਂ ਨਹੀਂ ਬਾਂਦਰਾਂ ਨੂੰ। ਇਹ ਸੁਣ ਕੇ ਮੋਹਨ ਹੈਰਾਨ ਹੋ ਗਿਆ ਕਿ ਸੰਨਿਆਸੀ ਨੂੰ ਕਿਵੇਂ ਪਤਾ ਲੱਗਿਆ ਕਿ ਮੇਰੇ ਮਨ ਵਿੱਚ ਬਾਂਦਰਾਂ ਨੂੰ ਫਲ ਖਵਾਉਣ ਦੀ ਇੱਛਾ ਸੀ। ਉਸਨੇ ਸੰਨਿਆਸੀ ਨੂੰ ਪੁੱਛਿਆ ਕਿ ਮਹਾਤਮਾ ਜੀ, ਤੁਹਾਨੂੰ ਕਿਵੇਂ ਪਤਾ ਕਿ ਮੈਂ ਬਾਂਦਰਾਂ ਨੂੰ ਫਲ ਖਵਾਉਣਾ ਚਾਹੁੰਦਾ ਸੀ। ਸੰਨਿਆਸੀ ਨੇ ਬੜੀ ਨਿਮਰਤਾ ਤੇ ਸ਼ਾਂਤੀ ਨਾਲ ਕਿਹਾ ਕਿ ਜ਼ਰੂਰੀ ਇਹ ਨਹੀਂ ਕਿ ਮੈਨੂੰ ਕਿਵੇਂ ਪਤਾ ਲੱਗਿਆ। ਅਸੀਂ ਤਾਂ ਸੰਨਿਆਸੀ ਹਾਂ, ਸਭ ਦੇ ਮਨ ਦੀ ਗੱਲ ਪੜ੍ਹ ਲੈਂਦੇ ਹਾਂ। ਜ਼ਰੂਰੀ ਤਾਂ ਇਸ ਗੱਲ ਨੂੰ ਸਮਝਣਾ ਹੈ ਕਿ ਜਿਵੇਂ ਇੱਕ ਬੱਚਾ ਹਜ਼ਾਰਾਂ ਗਾਵਾਂ ਦੇ ਵਿੱਚੋਂ ਆਪਣੀ ਮਾਂ ਨੂੰ ਲੱਭ ਲੈਂਦਾ ਹੈ, ਉਸੇ ਤਰ੍ਹਾਂ ਕਰਮ ਆਪਣੇ ਕਰਤਾ ਨੂੰ ਲੱਭ ਹੀ ਲੈਂਦਾ ਹੈ। ਇਹ ਕਰਮ ਮੇਰੇ ਹੱਥੋਂ ਹੀ ਹੋਣਾ ਲਿਖਿਆ ਸੀ। ਤੇ ਇਹ ਕਹਿੰਦੇ ਹੋਏ ਸੰਨਿਆਸੀ ਨੇ ਉਸ ਦੇ ਹੱਥੋਂ ਫਲ ਫੜ ਕੇ ਬਾਂਦਰਾਂ ਨੂੰ ਖਵਾਉਣੇ ਸ਼ੁਰੂ ਕਰ ਦਿੱਤੇ। ਮੋਹਨ ਇਸ ਗੱਲ ਦਾ ਮਤਲਬ ਸਮਝ ਨਹੀਂ ਪਾਇਆ, ਇਸ ਲਈ ਉਸਨੇ ਸੰਨਿਆਸੀ ਨੂੰ ਸਵਾਲ ਕੀਤਾ ਕਿ ਮੈਂ ਤੁਹਾਡੀ ਗੱਲ ਸਮਝ ਨਹੀਂ ਪਾਇਆ, ਕਿਰਪਾ ਕਰਕੇ ਮੈਨੂੰ ਇਸ ਗੱਲ ਦਾ ਸਹੀ ਤਰ੍ਹਾਂ ਨਾਲ ਮਤਲਬ ਸਮਝਾਓ। ਸੰਨਿਆਸੀ ਨੇ ਬੜੀ ਨਿਮਰਤਾ ਨਾਲ ਕਹਿਣਾ ਸ਼ੁਰੂ ਕੀਤਾ ਕਿ ਬੇਟਾ, ਮਨੁੱਖ ਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਉਹੀ ਕਰਨ ਵਾਲਾ ਹੈ, ਉਹੀ ਕਰਤਾ ਹੈ ਤੇ ਉਹੀ ਕਰਮ ਕਰੇਗਾ। ਪਰ ਸਮਝਣ ਵਾਲੀ ਗੱਲ ਇਹ ਹੁੰਦੀ ਆ ਕਿ ਕਰਮ ਤੁਹਾਨੂੰ ਖੁਦ ਚੁਣਦਾ ਹੈ, ਤੁਸੀਂ ਕਰਮ ਨੂੰ ਨਹੀਂ ਚੁਣਦੇ। ਜੇਕਰ ਤੁਸੀਂ ਕਿਸੇ ਚੰਗੇ ਕਰਮ ਨੂੰ ਕਰਨ ਦੇ ਯੋਗ ਹੋ ਤਾਂ ਹਜ਼ਾਰਾਂ ਲੋਕਾਂ ਦੇ ਵਿੱਚੋਂ ਕਰਮ ਤੁਹਾਨੂੰ ਆਪਣੇ ਆਪ ਲੱਭ ਕੇ ਕੱਢ ਲਵੇਗਾ। ਇਸ ਲਈ ਯੋਗ ਬਣਨ ਉੱਤੇ ਧਿਆਨ ਦਿਓ, ਕਰਮ ਕਰਨ ਤੇ ਧਿਆਨ ਨਾ ਦਿਓ। ਜੇ ਤੁਸੀਂ ਸਿਰਫ ਕਰਮ ਕਰਨ ਉੱਤੇ ਧਿਆਨ ਦਿਓਗੇ ਤਾਂ ਕਦੇ ਯੋਗ ਨਹੀਂ ਬਣ ਪਾਓਗੇ। ਯੋਗ ਬਣਨ ਲਈ ਜਿਹੜੇ ਕਰਮਾਂ ਦੀ ਲੋੜ ਹੁੰਦੀ ਹੈ, ਪਹਿਲਾਂ ਉਹਨਾਂ ਛੋਟੇ-ਛੋਟੇ ਕਰਮਾਂ ਨੂੰ ਕਰਨਾ ਸ਼ੁਰੂ ਕਰੋ ਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਤਾਂ ਫਿਰ ਵੱਡਾ ਕਰਮ ਜਾਂ ਕਹਿ ਲਓ ਮੁੱਖ ਕਰਮ ਜਾਂ ਫਿਰ ਜਿਹੜੇ ਕਰਮ ਵਾਸਤੇ ਤੁਸੀਂ ਬਣੇ ਹੋਏ ਹੋ ਉਹ ਕਰਮ ਤੁਹਾਡੇ ਕੋਲ ਖੁਦ ਚੱਲ ਕੇ ਆਵੇਗਾ। ਉਦਾਹਰਨ ਦੇ ਲਈ ਤੂੰ ਇਹਨਾਂ ਬਾਂਦਰਾਂ ਨੂੰ ਹੀ ਵੇਖ ਲਾ। ਇਹਨਾਂ ਬਾਂਦਰਾਂ ਨੇ ਛੋਟੇ-ਛੋਟੇ ਕਰਮ ਕਰਕੇ ਰੁੱਖਾਂ ਉੱਤੇ ਚੜ੍ਹਨਾ ਸਿੱਖਿਆ, ਛਾਲਾਂ ਮਾਰਨੀਆਂ ਸਿੱਖੀਆਂ ਤੇ ਇਸੇ ਤਰ੍ਹਾਂ ਛੋਟੇ-ਛੋਟੇ ਕਰਮ ਕਰਦੇ ਹੋਏ ਇਹ ਮੇਰੇ ਤੱਕ ਪਹੁੰਚ ਗਏ ਤੇ ਮੇਰੇ ਤੱਕ ਪਹੁੰਚਣ ਤੋਂ ਬਾਅਦ ਇਹਨਾਂ ਕੋਲ ਇਹਨਾਂ ਦਾ ਭੋਜਨ ਖੁਦ ਹੀ ਪਹੁੰਚ ਗਿਆ। ਇਸ ਲਈ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਛੋਟੇ-ਛੋਟੇ ਕਰਮ ਕਰਦੇ ਹੋਏ ਆਪਣੇ ਆਪ ਨੂੰ ਉਸ ਯੋਗ ਬਣਾਉਂਦੇ ਜਾਓ ਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਤਾਂ ਆਪਣੇ ਆਪ ਤੁਹਾਨੂੰ ਇੱਕ ਵੱਡਾ ਟੀਚਾ ਮਿਲ ਜਾਵੇਗਾ। ਸੰਨਿਆਸੀ ਨੇ ਅਗਲੀ ਗੱਲ ਕਹਿਣੀ ਸ਼ੁਰੂ ਕੀਤੀ ਜੋ ਕਿ ਬਹੁਤ ਹੀ ਜ਼ਰੂਰੀ ਸੀ। ਧਿਆਨ ਨਾਲ ਸੁਣਿਓ। ਜੇਕਰ ਤੁਸੀਂ ਯੋਗ ਬਣਨ ਦੇ ਲਈ ਕਰਮ ਨਹੀਂ ਕਰੋਗੇ ਤਾਂ ਦੂਸਰੇ ਲੋਕਾਂ ਦੇ ਕਰਮ ਵੀ ਤੁਹਾਨੂੰ ਪ੍ਰਭਾਵਿਤ ਕਰਨ ਲੱਗ ਜਾਣਗੇ। ਉਦਾਹਰਨ ਦੇ ਲਈ ਤੇਰੀ ਪਤਨੀ ਕਈ ਦਿਨਾਂ ਤੋਂ ਬਿਮਾਰ ਹੈ। ਤੂੰ ਅਕਸਰ ਇਹੀ ਸੋਚਦਾ ਹੈ ਕਿ ਮੈਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ, ਪਰ ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਿ ਤੇਰੀ ਪਤਨੀ ਆਪਣੇ ਕਰਮਾਂ ਦੀ ਵਜ੍ਹਾ ਨਾਲ ਬਿਮਾਰ ਹੈ, ਨਾ ਕਿ ਤੇਰੇ ਕਰਮਾਂ ਦੀ ਵਜ੍ਹਾ ਨਾਲ। ਤੇਰੇ ਕਰਮ ਤਾਂ ਚੰਗੇ ਨੇ, ਪਰ ਕੀ ਪਤਾ ਤੇਰੀ ਪਤਨੀ ਦੇ ਕਰਮ ਅਤੀਤ ਵਿੱਚ ਚੰਗੇ ਨਾ ਰਹੇ ਹੋਣ, ਜਿਨ੍ਹਾਂ ਦੀ ਵਜ੍ਹਾ ਕਾਰਨ ਉਹ ਬਿਮਾਰ ਹੋ ਗਈ ਹੋਵੇ ਤੇ ਤੇਰੀ ਪਤਨੀ ਦੇ ਕਰਮਾਂ ਦੀ ਵਜ੍ਹਾ ਨਾਲ ਤੈਨੂੰ ਵੀ ਦੁੱਖ ਝੱਲਣਾ ਪੈ ਰਿਹਾ ਹੈ। ਤੇ ਇਸੇ ਤਰ੍ਹਾਂ ਬਹੁਤ ਸਾਰੇ ਮਨੁੱਖ ਆਪਣੇ ਬੱਚਿਆਂ ਦੀ ਵਜ੍ਹਾ ਨਾਲ, ਆਪਣੇ ਪਰਿਵਾਰ ਦੀ ਵਜ੍ਹਾ ਨਾਲ ਜਾਂ ਇਨ੍ਹਾਂ ਸਭ ਦੀ ਵਜ੍ਹਾ ਕਾਰਨ ਦੁੱਖ ਝੱਲ ਰਹੇ ਹੁੰਦੇ ਨੇ। ਪਰ ਥੋੜਾ ਸੋਚ, ਜੇਕਰ ਤੂੰ ਯੋਗ ਹੁੰਦਾ ਤਾਂ ਤੂੰ ਆਪਣੀ ਪਤਨੀ ਦਾ ਖੁਦ ਇਲਾਜ ਕਰਵਾ ਲੈਂਦਾ, ਉਸ ਦੀ ਬਿਮਾਰੀ ਨੂੰ ਦੂਰ ਕਰ ਦਿੰਦਾ ਤੇ ਕੀ ਪਤਾ ਜੇ ਤੂੰ ਯੋਗ ਹੁੰਦਾ ਤਾਂ ਤੇਰਾ ਕਿਸੇ ਹੋਰ ਇਸਤਰੀ ਨਾਲ ਵਿਆਹ ਹੋਇਆ ਹੁੰਦਾ
ਜਿਹੜੀ ਬਿਲਕੁਲ ਤੰਦਰੁਸਤ ਹੁੰਦੀ, ਪਰ ਤੂੰ ਯੋਗ ਨਹੀਂ ਸੀ। ਇਸ ਲਈ ਤੂੰ ਆਪਣੀ ਪਤਨੀ ਦੀ ਵਜ੍ਹਾ ਕਾਰਨ ਖੁਦ ਦੁੱਖ ਝੱਲ ਰਿਹਾ ਏ। ਜੇਕਰ ਤੂੰ ਯੋਗ ਬਣ ਜਾਵੇਂਗਾ ਤਾਂ ਦੂਸਰੇ ਲੋਕਾਂ ਦੇ ਕਰਮ ਤੈਨੂੰ ਪ੍ਰਭਾਵਿਤ ਨਹੀਂ ਕਰ ਪਾਉਣਗੇ। ਸੰਨਿਆਸੀ ਨੇ ਮੋਹਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਯਾਦ ਰੱਖੀ ਮੋਹਨ, ਤੁਹਾਨੂੰ ਉਹ ਨਹੀਂ ਮਿਲਦਾ ਜੋ ਤੁਸੀਂ ਚਾਹੁੰਦੇ ਹੋ, ਬਲਕਿ ਉਹ ਮਿਲਦਾ ਹੈ ਜਿਸ ਦੇ ਤੁਸੀਂ ਕਾਬਲ ਹੋ, ਯੋਗ ਹੋ। ਇਸ ਲਈ ਆਪਣੀ ਕਾਬਲੀਅਤ ਨੂੰ ਵਧਾਉਣ ਦੇ ਯਤਨ ਕਰੋ। ਇਸ ਦੇ ਲਈ ਕਰਮ ਕਰੋ। ਕਰਮਾਂ ਦਾ ਫਲ ਪਾਉਣ ਦੇ ਲਈ ਕਦੇ ਵੀ ਕਰਮ ਨਾ ਕਰੋ। ਮੋਹਨ ਨੇ ਸੰਨਿਆਸੀ ਨੂੰ ਬੜੀ ਨਿਮਰਤਾ ਨਾਲ ਇੱਕ ਸਵਾਲ ਪੁੱਛਿਆ ਕਿ ਮਹਾਤਮਾ ਜੀ, ਮੈਨੂੰ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਮੈਂ ਆਪਣੀ ਯੋਗਤਾ ਕਿਵੇਂ ਵਧਾ ਸਕਦਾ ਹਾਂ ਤਾਂ ਜੋ ਮੇਰਾ ਮੁੱਖ ਕਰਮ ਮੈਨੂੰ ਲੱਭ ਸਕੇ। ਸੰਨਿਆਸੀ ਨੇ ਬੜੇ ਹੀ ਪਿਆਰ ਨਾਲ ਸਮਝਾਉਣਾ ਸ਼ੁਰੂ ਕੀਤਾ ਕਿ ਬੇਟਾ, ਇਸ ਦੇ ਲਈ ਬੜੇ ਹੀ ਸੌਖੇ ਜਿਹੇ ਉਪਾਅ ਹੁੰਦੇ ਹਨ। ਸਭ ਤੋਂ ਪਹਿਲਾ ਉਪਾਅ ਹੈ ਕਰਮ ਕਰਕੇ ਭੁੱਲਦੇ ਜਾਓ। ਤੁਸੀਂ ਜਿਹੜੇ ਕਰਮ ਕਰ ਰਹੇ ਹੋ, ਆਪਣੇ ਯੋਗ ਬਣਨ ਦੇ ਲਈ ਉਸ ਕਰਮ ਨੂੰ ਕਰਨ ਤੋਂ ਬਾਅਦ ਭੁੱਲ ਜਾਓ। ਇਹ ਨਾ ਸੋਚਿਓ ਕਿ ਉਸ ਨੂੰ ਕਰਨ ਦੇ ਨਾਲ ਤੁਹਾਨੂੰ ਕੀ ਮਿਲਿਆ ਜਾਂ ਮਿਲੇਗਾ। ਇਸ ਲਈ ਹੀ ਕਿਹਾ ਜਾਂਦਾ ਹੈ ਕਿ ਕਰਮ ਕਰੋ, ਫਲ ਦੀ ਇੱਛਾ ਨਾ ਕਰੋ। ਜੇਕਰ ਤੁਸੀਂ ਫਲ ਦੀ ਚਿੰਤਾ ਕਰੋਗੇ ਤਾਂ ਅਸਲ ਵਿੱਚ ਤੁਸੀਂ ਕਰਮ ਕਰ ਹੀ ਨਹੀਂ ਰਹੇ ਹੋਵੋਗੇ। ਅਕਸਰ ਬੰਦੇ ਦੇ ਦੁੱਖਾਂ ਦਾ ਇਹੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ। ਉਹ ਸੋਚਦਾ ਹੈ ਕਿ ਮੈਂ ਕਰਮ ਤਾਂ ਚੰਗੇ ਕਰ ਰਿਹਾ ਹਾਂ, ਪਰ ਮੈਨੂੰ ਫਲ ਨਹੀਂ ਪ੍ਰਾਪਤ ਹੋ ਰਿਹਾ, ਤੇ ਇਹੀ ਦੁੱਖ ਉਸ ਦੇ ਮਨ ਨੂੰ ਠੇਸ ਪਹੁੰਚਾਉਂਦਾ ਰਹਿੰਦਾ ਹੈ, ਉਸ ਨੂੰ ਆਪਣੇ ਟੀਚੇ ਤੋਂ ਭਟਕਾਉਂਦਾ ਰਹਿੰਦਾ ਹੈ। ਕਿਸੇ ਕਰਮ ਨੂੰ ਕਰਨ ਤੋਂ ਬਾਅਦ ਆਪਣਾ ਮੁਲਾਂਕਣ ਜ਼ਰੂਰ ਕਰੋ, ਪਰ ਫਲ ਦੀ ਚਿੰਤਾ ਨਾ ਕਰੋ। ਮੋਹਨ ਨੇ ਸੰਨਿਆਸੀ ਨੂੰ ਪੁੱਛਿਆ ਕਿ ਮਹਾਤਮਾ ਜੀ, ਅਸੀਂ ਆਪਣਾ ਮੁਲਾਂਕਣ ਕਿਵੇਂ ਕਰ ਸਕਦੇ ਹਾਂ? ਤਾਂ ਮਹਾਤਮਾ ਨੇ ਜਵਾਬ ਦਿੱਤਾ ਕਿ ਮੋਹਨ, ਤੂੰ ਜਦੋਂ ਵੀ ਕੋਈ ਕੰਮ ਪੂਰਾ ਕਰਦਾ ਹੈ ਤਾਂ ਕੰਮ ਪੂਰਾ ਕਰਨ ਤੋਂ ਬਾਅਦ ਇਹ ਸਵਾਲ ਜ਼ਰੂਰ ਪੁੱਛੀ ਕਿ ਕੀ ਇਸ ਕੰਮ ਨੂੰ ਕਰਦੇ ਸਮੇਂ ਤੇਰਾ ਧਿਆਨ ਸਿਰਫ ਇਸੇ ਕੰਮ ਵਿੱਚ ਲੱਗਿਆ ਹੋਇਆ ਸੀ ਜਾਂ ਤੇਰਾ ਧਿਆਨ ਕਿਤੇ ਹੋਰ ਭਟਕ ਰਿਹਾ ਸੀ। ਇਸ ਤਰ੍ਹਾਂ ਤੂੰ ਆਪਣੇ ਆਪ ਦਾ ਮੁਲਾਂਕਣ ਕਰ ਸਕਦਾ ਹੈ ਕਿ ਤੂੰ ਕਿੰਨੇ ਧਿਆਨ ਨਾਲ ਉਸ ਕੰਮ ਨੂੰ ਕਰ ਰਿਹਾ ਸੀ, ਤੇ ਜਿੰਨੇ ਧਿਆਨ ਨਾਲ ਤੂੰ ਕਿਸੇ ਕੰਮ ਨੂੰ ਕਰੇਗਾ, ਉਨੀ ਹੀ ਤੇਰੀ ਕਾਬਲੀਅਤ, ਤੇਰੀ ਯੋਗਤਾ ਵੱਧਦੀ ਤੁਰੀ ਜਾਵੇਗੀ। ਪਰ ਜੇਕਰ ਤੂੰ ਬਸ ਉਦਾਂ ਹੀ ਕਿਸੇ ਕੰਮ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਕਰਦਾ ਰਹੇਗਾ ਤਾਂ ਉਸ ਕਰਮ ਤੋਂ ਤੂੰ ਕਦੇ ਵੀ ਯੋਗ ਨਹੀਂ ਬਣ ਪਾਏਗਾ। ਉਹ ਕਰਮ ਤਾਂ ਪੂਰਾ ਹੋ ਜਾਵੇਗਾ, ਪਰ ਉਸ ਦਾ ਫਲ ਤੈਨੂੰ ਕਦੇ ਨਹੀਂ ਮਿਲੇਗਾ। ਇਸ ਲਈ ਆਪਣਾ ਮੁਲਾਂਕਣ ਇਸ ਤਰ੍ਹਾਂ ਕਰੋ ਕਿ ਤੁਹਾਡਾ ਧਿਆਨ ਉੱਥੇ ਟਿਕਿਆ ਹੋਇਆ ਸੀ ਜਾਂ ਨਹੀਂ, ਜਾਂ ਤੁਹਾਡੇ ਵਿਚਾਰ ਤੁਹਾਨੂੰ ਕਿਤੇ ਭਟਕਾ ਕੇ ਲੈ ਗਏ ਸਨ। ਤੇ ਕੋਸ਼ਿਸ਼ ਜ਼ਰੂਰ ਕਰੋ ਕਿ ਅਗਲੀ ਵਾਰ ਜਦੋਂ ਤੁਸੀਂ ਕੋਈ ਵੀ ਕੰਮ ਕਰੋ ਤਾਂ ਤੁਹਾਡੇ ਵਿਚਾਰ ਵੀ ਉਸੇ ਕਰਮ ਤੇ ਟਿਕੇ ਰਹਿਣ, ਇੱਧਰ ਉੱਧਰ ਦੂਸਰੀਆਂ ਗੱਲਾਂ ਵਿੱਚ ਨਾ ਭਟਕਣ। ਮੋਹਨ ਨੇ ਇਸ ਗੱਲ ਤੇ ਇੱਕ ਸਵਾਲ ਪੁੱਛਿਆ ਕਿ ਮਹਾਤਮਾ ਜੀ, ਜਦੋਂ ਵੀ ਅਸੀਂ ਕੋਈ ਕਰਮ ਕਰਦੇ ਹਾਂ ਤਾਂ ਸਾਡਾ ਮਨ ਵਿਚਾਰਾਂ ਨਾਲ ਭਰ ਜਾਂਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਚਣ ਲੱਗ ਜਾਂਦਾ ਹੈ, ਤਾਂ ਅਸੀਂ ਕਿਸ ਤਰ੍ਹਾਂ ਆਪਣੇ ਮਨ ਨੂੰ ਇੱਕ ਹੀ ਕਰਮ ਉੱਤੇ ਟਿਕਾ ਕੇ ਰੱਖ ਸਕਦੇ ਹਾਂ? ਇਸ ਦੇ ਲਈ ਕੋਈ ਉਪਾਅ ਜ਼ਰੂਰ ਦੱਸੋ। ਮਹਾਤਮਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬੇਟਾ, ਜਦੋਂ ਵੀ ਤੁਸੀਂ ਕਿਸੇ ਕਰਮ ਨੂੰ ਕਰਦੇ ਸਮੇਂ ਆਪਣਾ ਪੂਰਾ ਧਿਆਨ ਉਸ ਵਿੱਚ ਲਗਾ ਦਿੰਦੇ ਹੋ ਤਾਂ ਫਿਰ ਤੁਹਾਡੇ ਵਿਚਾਰ ਉਸੇ ਕਰਮ ਉੱਤੇ ਕੇਂਦਰਿਤ ਰਹਿ ਸਕਦੇ ਹਨ। ਪੂਰੀ ਇਕਾਗਰਤਾ ਤੇ ਪ੍ਰੇਮ ਦੀ ਭਾਵਨਾ ਨਾਲ ਕੀਤਾ ਗਿਆ ਕਰਮ ਤੁਹਾਡੇ ਵਿਚਾਰਾਂ ਨੂੰ ਇੱਧਰ ਉੱਧਰ ਭਟਕਣ ਨਹੀਂ ਦੇਵੇਗਾ। ਵਿਚਾਰ ਤੁਹਾਨੂੰ ਉਦੋਂ ਹੀ ਭਟਕਾਉਂਦੇ ਹਨ ਜਦੋਂ ਤੁਸੀਂ ਉਸ ਕਰਮ ਨੂੰ ਪੂਰੀ ਇਕਾਗਰਤਾ ਨਾਲ ਨਹੀਂ ਕਰਦੇ, ਉਸ ਵਿੱਚ ਪੂਰਾ ਪਿਆਰ ਨਹੀਂ ਮਿਲਾਉਂਦੇ, ਉਸ ਵਿੱਚ ਪੂਰੀ ਭਾਵਨਾ ਨਹੀਂ ਦਿਖਾਉਂਦੇ। ਜਦੋਂ ਇਹ ਤਿੰਨੇ ਚੀਜ਼ਾਂ ਤੁਸੀਂ ਉਸ ਕਰਮ ਵਿੱਚ ਮਿਲਾ ਦਿੰਦੇ ਹੋ ਤਾਂ ਸੁਭਾਵਿਕ ਜੀ ਗੱਲ ਹੈ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਉਸ ਕਰਮ ਵਿੱਚ ਘੁਲ ਮਿਲ ਜਾਂਦੇ ਹੋ ਤੇ ਤੁਹਾਡਾ ਮਨ ਇੱਕ ਹੀ ਜਗ੍ਹਾ ਤੇ ਟਿਕਿਆ ਰਹਿੰਦਾ ਹੈ। ਸੰਨਿਆਸੀ ਨੇ ਆਪਣੀ ਗੱਲ ਖਤਮ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਇਨਸਾਨ ਇਨ੍ਹਾਂ ਗੱਲਾਂ ਦੀ ਸਹੀ ਢੰਗ ਨਾਲ ਵਰਤੋਂ ਕਰਦਾ ਹੈ ਤਾਂ ਉਹ ਕਿਸੇ ਵੀ ਕਰਮ ਦੇ ਲਈ ਆਪਣੇ ਆਪ ਨੂੰ ਯੋਗ ਬਣਾ ਸਕਦਾ ਹੈ, ਤੇ ਇੱਕ ਵਾਰ ਜਦੋਂ ਉਹ ਯੋਗ ਬਣ ਜਾਵੇ ਤਾਂ ਉਸ ਵੱਛੇ ਦੀ ਤਰ੍ਹਾਂ
ਉਸ ਦਾ ਕਰਮ ਵੀ ਉਸ ਨੂੰ ਆਪਣੇ ਆਪ ਲੱਭ ਲੈਂਦਾ ਹੈ। ਸੋ ਮੋਹਨ ਨੂੰ ਕੁਝ ਕੁ ਫਲਾਂ ਦੇ ਬਦਲੇ ਜੀਵਨ ਭਰ ਦਾ ਗਿਆਨ ਪ੍ਰਾਪਤ ਹੋ ਚੁੱਕਾ ਸੀ। ਉਸ ਨੂੰ ਤਸੱਲੀ ਹੋ ਚੁੱਕੀ ਸੀ। ਉਸ ਦੇ ਮਨ ਦੇ ਸਾਰੇ ਸਵਾਲ ਖਤਮ ਹੋ ਚੁੱਕੇ ਸਨ। ਉਸ ਨੇ ਮਹਾਤਮਾ ਨੂੰ ਮੱਥਾ ਟੇਕਿਆ ਤੇ ਉੱਥੋਂ ਆਪਣੇ ਘਰ ਵੱਲ ਤੁਰ ਪਿਆ। ਰਾਤ ਹੋ ਚੁੱਕੀ ਸੀ ਤੇ ਰਾਸਤੇ ਵਿੱਚ ਹਨੇਰਾ ਛਾਇਆ ਹੋਇਆ ਸੀ। ਉਹ ਇਨ੍ਹਾਂ ਗੱਲਾਂ ਬਾਰੇ ਵਿਚਾਰ ਕਰਦਾ ਹੋਇਆ ਆਪਣੇ ਘਰ ਤੱਕ ਪਹੁੰਚ ਜਾਂਦਾ ਹੈ। ਧੰਨਵਾਦ।